ਜਿਨ੍ਹਾਂ ਨੇ ਸੁਨਹਿਰੀ ਉੱਲੂ ਨੂੰ ਨੇੜਿਓਂ ਤੱਕਿਆ ਏ ਉਹ ਇਸ ਪੰਛੀ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਦੇ। ਪੋਲਾ ਪੋਲਾ ਰੇਸ਼ਮ ਵਰਗਾ ਕੂਲਾ ਸਰੀਰ ਤੇ ਸਾਰੇ ਸਰੀਰ ਉੱਤੇ ਸੁਨਹਿਰੀ ਰੰਗ ਦੇ ਟਿਮਕਣੇ ਇਸ ਪੰਛੀ ਦੇ ਸੁਹੱਪਣ ਨੂੰ ਚਾਰ ਚੰਨ ਲਗਾਉਂਦੇ ਨੇ। ਇਹ ਪੰਜਾਬ ਵਿੱਚ ਮਿਲਣ ਵਾਲੀਆਂ ਉੱਲੂਆਂ ਦੀਆਂ ਸਾਰੀਆਂ ਕਿਸਮਾਂ ਦੇ ਵਿੱਚੋਂ ਸਭ ਤੋਂ ਸੋਹਣਾ ਏ, ਜਾਂ ਇਸ ਤਰ੍ਹਾਂ ਕਹਿ ਲਓ ਕਿ ਇਹ ਆਪਣੇ ਪਰਿਵਾਰ ਦਾ ਢੀਡੋ ਰਾਂਝਾ ਏ। ਸੰਸਾਰ ਵਿੱਚ ਉੱਲੂਆਂ ਦੀਆਂ 17 ਜਾਤੀਆਂ ਦੇ ਪਰਿਵਾਰ ਨੂੰ ਟਾਈਟੋਨੀਡੇਈ ਕਹਿੰਦੇ ਨੇ। ਇਸੇ ਪਰਿਵਾਰ ਵਿੱਚੋਂ ਇਸ ਪੰਛੀ ਦਾ ਨਾਮ ਬਾਰਨ ਆਊਲ ਹੈ। ਅੰਗਰੇਜ਼ੀ ਵਿੱਚ ਇਸ ਦੇ ਹੋਰ ਵੀ ਕਈ ਨਾਮ ਨੇ, ਜਿਵੇਂ ਗੋਲਡਨ ਆਊਲ, ਡੇਮਨ ਆਊਲ, ਗੋਸਟ ਆਊਲ, ਹਿਸਿੰਗ ਆਊਲ, ਰੈਟ ਆਊਲ ਤੇ ਮੌਂਕੀ ਫੇਸਡ ਆਊਲ ਆਦਿ। ਇਹ ਸਾਰੇ ਨਾਂ ਇਸ ਦੇ ਕਿਸੇ ਗੁਣ, ਦਿੱਖ ਜਾਂ ਆਦਤ ਕਰਕੇ ਵੱਖ-ਵੱਖ ਲੋਕਾਂ ਨੇ ਇਸ ਨੂੰ ਦਿੱਤੇ ਹੋਏ ਨੇ। ਇਸ ਦਾ ਤਕਨੀਕੀ ਨਾਂ ਟਾਈਟੋ ਐਲਬਾ ਏ। ਬਦਕਿਸਮਤੀ ਨਾਲ ਇਸ ਪੰਛੀ ਨਾਲ ਜਿਹੜੀਆਂ ਧਾਰਨਾਵਾਂ ਜੁੜੀਆਂ ਹੋਈਆਂ ਨੇ ਉਹ ਮਨਹੂਸ ਨੇ। ਇਹ ਸ਼ਾਇਦ ਇਸ ਦੀ ਸੋਗਮਈ ਆਵਾਜ਼ ਅਤੇ ਰਹਿਣ ਦੇ ਢੰਗਾਂ ਕਰਕੇ ਹੈ। ਸਾਨੂੰ ਇਸ ਨਾਲ ਜੁੜੀਆਂ ਗਲਤ ਧਾਰਨਾਵਾਂ ਨੂੰ ਤਿਆਗ ਕੇ ਇਸ ਪੰਛੀ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਧਰਤੀ ਨੂੰ ਇਹ ਸਦਾ ਲਈ ਅਲਵਿਦਾ ਨਾ ਆਖ ਜਾਵੇ। ਧਰਤੀ ਦੇ ਧਰੁਵਾਂ ਨੂੰ ਛੱਡ ਕੇ ਇਹ ਪੰਛੀ ਤਕਰੀਬਨ ਸਾਰੀ ਦੁਨੀਆ ਵਿੱਚ ਮਿਲਦਾ ਹੈ। ਵੱਖ-ਵੱਖ ਥਾਵਾਂ 'ਤੇ ਮੌਸਮ ਅਤੇ ਭੂਗੋਲਿਕ ਫਰਕਾਂ ਕਰਕੇ ਇਸ ਦੀ ਦਿੱਖ ਵਿੱਚ ਵੀ ਥੋੜ੍ਹਾ ਮੋਟਾ ਅੰਤਰ ਆ ਜਾਂਦਾ ਹੈ। ਪੀੜ੍ਹੀਨਾਮੇ ਦੇ ਆਧਾਰ 'ਤੇ ਸੁਨਹਿਰੀ ਉੱਲੂ ਦੇ 3 ਮੁੱਢਲੇ ਖੱਲਣੇ ਨੇ। ਇੱਕ ਯੂਰਪ, ਪੱਛਮੀ ਏਸ਼ੀਆ ਤੇ ਅਫਰੀਕਾ ਵਿੱਚ, ਦੂਜਾ ਦੱਖਣੀ ਪੂਰਬੀ ਏਸ਼ੀਆ ਤੇ ਆਸਟ੍ਰੇਲੀਆ ਵਿੱਚ ਅਤੇ ਤੀਜਾ ਉੱਤਰੀ ਅਮਰੀਕਾ ਮਹਾਂਦੀਪ ਦੇ ਦੱਖਣੀ ਹਿੱਸੇ ਤੇ ਦੱਖਣੀ ਅਮਰੀਕਾ ਵਿੱਚ ਦੇ ਖੱਲਣਿਆਂ ਵਿੱਚ ਵੰਡਿਆ ਹੋਇਆ ਹੈ। ਸੁਨਹਿਰੀ ਉੱਲੂ ਤਕਰੀਬਨ 36 ਸੈਂਟੀਮੀਟਰ ਲੰਬਾ ਹੁੰਦਾ ਹੈ। ਇਸ ਦੇ ਪਰਾਂ ਦਾ ਫੈਲਾਓ 1 ਮੀਟਰ ਅਤੇ ਭਾਰ 400 ਤੋਂ 600 ਗ੍ਰਾਮ ਹੁੰਦਾ ਹੈ। ਇਹਨਾਂ ਦਾ ਮੂੰਹ ਬਾਂਦਰ ਵਰਗਾ ਚਪਟਾ ਹੁੰਦਾ ਹੈ, ਜਿਸ ਉੱਤੇ ਚਿੱਟੇ ਖੰਭ ਹੁੰਦੇ ਨੇ। ਚਿੱਟੇ ਮੂੰਹ ਦਾ ਪਾਨ ਦੇ ਪੱਤੇ ਵਰਗਾ ਘੇਰਾ ਸਖਤ ਗੂੜ੍ਹੇ ਭੂਰੇ ਰੰਗ ਦੇ ਖੰਭਾਂ ਦਾ ਬਣਿਆ ਹੁੰਦਾ ਹੈ। ਇਹਨਾਂ ਦੀਆਂ ਵੱਡੀਆਂ ਵੱਡੀਆਂ ਗੋਲ ਅਤੇ ਕਾਲੀਆਂ ਅੱਖਾਂ ਮੂੰਹ ਦੇ ਸਾਹਮਣੇ ਪਾਸੇ ਲੱਗੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿਚਕਾਰ ਤਿੱਖੀ ਲੰਬੀ ਚੁੰਝ ਕਿਸੇ ਹਾਥੀ ਦੀ ਸੁੰਡ ਵਾਂਗ ਥੱਲੇ ਨੂੰ ਮੁੜੀ ਹੋਈ ਹੁੰਦੀ ਏ। ਚੁੰਝ ਉੱਤੇ ਲੱਗੇ ਗੂੜ੍ਹੇ ਭੂਰੇ ਰੰਗ ਦੇ ਖੰਭ ਇਹਨਾਂ ਦੇ ਮੂੰਹ ਨੂੰ ਬਾਂਦਰ ਦੇ ਮੂੰਹ ਦੀ ਨੁਹਾਰ ਦਿੰਦੇ ਨੇ। ਸਰੀਰ ਦੇ ਪਿੱਠ ਵਾਲੇ ਪਾਸੇ ਦੇ ਚਿੱਟੇ ਚਟਾਕਾਂ ਵਾਲੇ ਖੰਭ ਫਿੱਕੇ ਤੋਂ ਗੂੜ੍ਹੇ ਭੂਰੇ ਹੁੰਦੇ ਨੇ। ਇਹਨਾਂ ਦੇ ਖੰਭ ਗੋਲ ਤੇ ਵੱਡੇ ਅਤੇ ਪੂਛ ਛੋਟੀ ਤੇ ਚੌੜੀ ਹੁੰਦੀ ਆ। ਇਹਨਾਂ ਰਾਤ ਵੇਲੇ ਦੇ ਸ਼ਿਕਾਰੀਆਂ ਨੂੰ ਜੰਗਲਾਂ ਦੇ ਕਿਨਾਰਿਆਂ ਉੱਤੇ, ਖੇਤਾਂ ਵਿੱਚ ਜਾਂ ਸ਼ਹਿਰਾਂ ਵਿੱਚ ਰਹਿਣਾ ਜ਼ਿਆਦਾ ਪਸੰਦ ਆ। ਇਸ ਤੋਂ ਇਲਾਵਾ ਦਿਨ ਵੇਲੇ ਇਹ ਲੁਕ ਕੇ ਕਿਸੇ ਪੁਰਾਣੇ ਤੇ ਵੱਡੇ ਦਰਖਤ ਦੀ ਖੋੜ ਵਿੱਚ ਜਾਂ ਖੰਡਰ ਹੋਈਆਂ ਇਮਾਰਤਾਂ ਵਿੱਚ, ਬੰਦ ਪਈਆਂ ਫੈਕਟਰੀਆਂ ਵਿੱਚ ਜਾਂ ਤਬੇਲਿਆਂ ਵਿੱਚ ਇਕੱਲੇ ਜਾਂ ਜੋੜੀਆਂ ਵਿੱਚ ਇਹਨਾਂ ਥਾਵਾਂ ਉੱਤੇ ਜਾ ਕੇ ਸ਼ਾਂਤੀ ਨਾਲ ਬੈਠਦੇ ਨੇ। ਪੰਜਿਆਂ ਤੱਕ ਲੱਤਾਂ ਲਾਲ ਭਾਅ ਵਾਲੇ ਚਿੱਟੇ ਖੰਭਾਂ ਨਾਲ ਢੱਕੀਆਂ ਹੁੰਦੀਆਂ ਨੇ। ਪੈਰਾਂ ਦੇ ਅੰਗੂਠਿਆਂ ਦੇ ਨੌਂ ਲੰਬੇ ਅਤੇ ਸਖਤ ਹੁੰਦੇ ਨੇ, ਜਿਨ੍ਹਾਂ ਨੂੰ ਟਾਲੋਨ ਕਹਿੰਦੇ ਨੇ। ਟਾਲੋਨਾਂ ਨੂੰ ਇਹ ਆਪਣਾ ਬਚਾਓ ਕਰਨ ਅਤੇ ਲੜਨ ਦੇ ਕੰਮ ਲਈ ਵਰਤਦੇ ਨੇ। ਨਰ ਮਾਦਾ ਤੋਂ 10% ਛੋਟੇ ਹੁੰਦੇ ਨੇ ਅਤੇ ਉਹਨਾਂ ਦੀ ਪਿੱਠ ਦੇ ਖੰਭਾਂ ਉੱਤੇ ਚਿੱਟੇ ਚਟਾਕ ਵੀ ਘੱਟ ਹੁੰਦੇ ਨੇ।
ਜੇ ਇਹਨਾਂ ਨੂੰ ਕੋਈ ਦੇਖੇ ਤਾਂ ਅੱਗੋਂ ਇਹ ਆਪ ਵੀ ਆਪਣੀਆਂ ਗੋਲ-ਗੋਲ ਵੱਡੀਆਂ ਅੱਖਾਂ ਕੱਢਦੇ ਨੇ ਤੇ ਆਪਣਾ ਸਿਰ ਹੇਠ ਉੱਪਰ ਨੂੰ ਹਿਲਾਉਂਦੇ ਨੇ। ਆਪਣੀ ਥਾਂ ਤੋਂ ਥੋੜ੍ਹਾ ਜਿਹਾ ਹਿੱਲ ਕੇ ਫਿਰ ਚੁੱਪਚਾਪ ਉੱਥੇ ਹੀ ਬੈਠ ਜਾਂਦੇ ਨੇ। ਦਿਨ ਵੇਲੇ ਬਹੁਤੀ ਰੌਸ਼ਨੀ ਵਿੱਚ ਇਹਨਾਂ ਦੀਆਂ ਅੱਖਾਂ ਝੁੰਧਿਆ ਜਾਂਦੀਆਂ ਨੇ, ਪਰ ਇਹਨਾਂ ਨੂੰ ਰਾਤ ਵੇਲੇ ਥੋੜ੍ਹੀ ਰੌਸ਼ਨੀ ਵਿੱਚ ਵੀ ਠੀਕ-ਠਾਕ ਦਿਸ ਜਾਂਦਾ ਏ। ਇਹਨਾਂ ਦੀ ਸੁਣਨ ਸ਼ਕਤੀ ਬਹੁਤ ਹੀ ਧੱਕੜ ਆ, ਜਿਸ ਕਾਰਨ ਇਹ ਆਪਦੇ ਸ਼ਿਕਾਰ ਦੀ ਆਵਾਜ਼ ਸੁਣ ਕੇ ਪਤਾ ਕਰ ਲੈਂਦਾ ਏ। ਇਸ ਤਰੀਕੇ ਨੂੰ ਇਕੋ ਲੋਕੇਸ਼ਨ ਕਹਿੰਦੇ ਨੇ। ਇਹ ਚਮਗਿੱਦੜਾਂ ਵਾਂਗ ਸ਼ਿਕਾਰ ਨੂੰ ਹਨੇਰੇ ਵਿੱਚ ਲੱਭਣ ਲਈ ਆਵਾਜ਼ ਦੀਆਂ ਤਰੰਗਾਂ ਦਾ ਵੀ ਉਪਯੋਗ ਕਰਦੇ ਨੇ। ਇਸੇ ਕਰਕੇ ਇਹ ਉੱਡਣ ਸਮੇਂ ਕੂਕਾਂ ਮਾਰਦੇ ਜਾਂਦੇ ਨੇ। ਤੇਜ਼ ਸੁਣਨ ਅਤੇ ਸੁੰਘਣ ਸ਼ਕਤੀਆਂ ਇਹਨਾਂ ਦੇ ਸ਼ਿਕਾਰੀ ਸੁਭਾਅ ਨੂੰ ਹੋਰ ਵੀ ਨਿਖਾਰਦੀਆਂ ਨੇ। ਇਹਨਾਂ ਦੀਆਂ ਲੱਤਾਂ ਉੱਤੇ ਪੰਜਿਆਂ ਤੱਕ ਖੰਭ ਲੱਗੇ ਹੁੰਦੇ ਨੇ, ਜਿਹੜੇ ਉੱਡਣ ਵੇਲੇ ਆਵਾਜ਼ ਨੂੰ ਦਬਾ ਦਿੰਦੇ ਨੇ ਅਤੇ ਇਹ ਉੱਲੂ ਬਿਨਾਂ ਆਵਾਜ਼ ਕੀਤੇ ਆਪਣੇ ਸ਼ਿਕਾਰ ਤੱਕ ਅੱਪੜ ਜਾਂਦੇ ਨੇ। ਇਹ ਉੱਡਣ ਸਮੇਂ ਆਪਣੀਆਂ ਲੱਤਾਂ ਨੂੰ ਮੋੜ ਕੇ ਢਿੱਡ ਨਾਲ ਨਹੀਂ ਲਾਉਂਦੇ, ਸਗੋਂ ਸ਼ਿਕਾਰ ਉੱਤੇ ਝਪਟਾ ਮਾਰਨ ਲਈ ਉਹ ਥੱਲੇ ਨੂੰ ਲਮਕਦੀਆਂ ਰਹਿੰਦੀਆਂ ਨੇ। ਉੱਲੂ ਦੀਆਂ ਅੱਖਾਂ ਵੱਡੀਆਂ ਤੇ ਅਗਾਂਹ ਵੱਲ ਨੂੰ ਹੁੰਦੀਆਂ ਨੇ। ਇਹਨਾਂ ਵਿੱਚ ਹਿਲਜੁਲ ਨਹੀਂ ਹੁੰਦੀ। ਦੋਹਾਂ ਅੱਖਾਂ ਦੀ ਸੇਧ ਵੀ ਅੱਗੇ ਵੱਲ ਹੁੰਦੀ ਹੈ। ਇਸ ਲਈ ਜਦੋਂ ਵੀ ਉੱਲੂ ਕਿਸੇ ਪਾਸੇ ਵੇਖਣਾ ਚਾਹੇ, ਉਸ ਨੂੰ ਆਪਣਾ ਸਿਰ ਘੁਮਾਉਣਾ ਪੈਂਦਾ ਹੈ। ਉੱਲੂ ਆਪਣੇ ਸਿਰ ਅਤੇ ਗਰਦਨ ਨੂੰ 270 ਡਿਗਰੀ ਤੱਕ ਘੁਮਾ ਸਕਦੇ ਨੇ। ਅੱਖਾਂ ਵੱਡੀਆਂ ਹੋਣ ਦਾ ਇਸ ਨੂੰ ਇਹ ਲਾਭ ਹੈ ਕਿ ਰਾਤ ਵੇਲੇ ਵੱਧ ਤੋਂ ਵੱਧ ਚਾਨਣ ਅੱਖਾਂ ਅੰਦਰ ਆ ਸਕਦਾ ਹੈ, ਜਿਸ ਕਾਰਨ ਇਹ ਰਾਤ ਵੇਲੇ ਵੀ ਸ਼ਿਕਾਰ ਕਰ ਲੈਂਦੇ ਨੇ। ਪਰ ਨੁਕਸਾਨ ਇਹ ਹੈ ਕਿ ਅੱਖਾਂ ਵਿੱਚ ਜ਼ਿਆਦਾ ਰੌਸ਼ਨੀ ਸਮਾਉਣ ਕਰਕੇ ਇਹ ਦਿਨ ਦਾ ਚਾਨਣ ਨਹੀਂ ਸਹਿ ਸਕਦੀਆਂ। ਇਸੇ ਕਰਕੇ ਕਈ ਵਾਰ ਦਿਨ ਵੇਲੇ ਹੋਰ ਪੰਛੀ ਉੱਲੂਆਂ ਨੂੰ ਘੇਰ ਲੈਂਦੇ ਨੇ। ਜੇ ਦਿਨ ਵੇਲੇ ਦੂਜੀਆਂ ਚਿੜੀਆਂ ਨੂੰ ਇਹ ਆਰਾਮ ਕਰਦੇ ਦਿਸ ਪੈਣ ਤਾਂ ਉਹ ਰਲ ਕੇ ਇਹਨਾਂ ਸ਼ਿਕਾਰੀਆਂ ਨੂੰ ਸਤਾਉਣ ਵਿੱਚ ਕੋਈ ਕਸਰ ਨਹੀਂ ਛੱਡਦੀਆਂ ਅਤੇ ਇਕੱਠੀਆਂ ਹੋ ਕੇ ਪੂਰੇ ਬਦਲੇ ਚਮਗਿੱਦੜ, ਕਿਰਲੀਆਂ ਅਤੇ ਡੱਡੂ ਵਗੈਰਾ ਵੀ ਖਾ ਲੈਂਦਾ ਏ। ਪਰ ਕਦੇ-ਕਦਾਈ ਲੋੜ ਪੈਣ ਉੱਤੇ ਛੋਟੀਆਂ ਚਿੜੀਆਂ ਜਾਂ ਛੋਟੇ ਸੱਪਾਂ ਨੂੰ ਵੀ ਫੜ ਕੇ ਖਾ ਲੈਂਦਾ ਏ। ਉੱਲੂ ਸ਼ਿਕਾਰ ਨੂੰ ਸਮੁੱਚਾ ਹੀ ਨਿਗਲ ਜਾਂਦਾ ਏ, ਪਰ ਜੋ ਕੁਝ ਹਜ਼ਮ ਹੋਣ ਤੋਂ ਬਚ ਜਾਂਦਾ ਹੈ, ਉਸ ਨੂੰ ਇਹ ਛੋਟੇ-ਛੋਟੇ ਟੁਕੜਿਆਂ ਦੇ ਰੂਪ ਵਿੱਚ ਬਾਹਰ ਉਗਲ ਦਿੰਦਾ ਹੈ। ਆਪਣੀ ਉਮਰ ਵਿੱਚ ਇੱਕ ਉੱਲੂ 3000 ਤੋਂ ਵੱਧ ਚੂਹੇ ਖਾ ਲੈਂਦਾ ਹੈ। ਇਸ ਲਈ ਇਹ ਕਿਸਾਨਾਂ ਦਾ ਮਿੱਤਰ ਅਖਵਾਉਣ ਦਾ ਪੂਰਾ ਹੱਕਦਾਰ ਹੈ। ਇਹਨਾਂ ਨੂੰ ਕੋਈ ਬਹੁਤਾ ਤੰਗ ਕਰੇ ਤਾਂ ਸੱਪ ਵਾਂਗ ਫੁੰਕਾਰਾ ਮਾਰਦੇ ਨੇ। There you go. She was just asking. I didn't know. But they don't chase animals usually. The only thing they can really attack is a mouse. Well, yeah, that's right. Oh my goodness. ਆਮ ਤੌਰ ਤੇ ਬਹੁਤੀਆਂ ਆਵਾਜ਼ਾਂ ਨਹੀਂ ਕੱਢਦੇ। ਕਦੇ-ਕਦੇ ਰਾਤ ਦੇ ਹਨੇਰੇ ਵਿੱਚ ਇੱਕ ਚੀਕ ਮਾਰਦੇ ਨੇ, ਪਰ ਬਹਾਰ ਦੇ ਮੌਸਮ ਵਿੱਚ ਆਪਸ ਵਿੱਚ ਚੀਕਵੀਆਂ ਆਵਾਜ਼ਾਂ ਵਿੱਚ ਗੁਫ਼ਤਗੂ ਕਰਦੇ ਨੇ।
ਪ੍ਰਸੂਤੀ ਦਿਨਾਂ ਵਿੱਚ ਕਈ ਵਾਰ ਉੱਲੂ ਮਨੁੱਖਾਂ ਤੇ ਹਮਲਾ ਵੀ ਕਰ ਦਿੰਦਾ ਹੈ। ਇਸ ਦਾ ਹਮਲਾ ਘੋਨੇ ਸਿਰ ਵਾਲਿਆਂ ਲਈ ਬੜਾ ਖਤਰਨਾਕ ਹੁੰਦਾ ਹੈ। ਇਹ ਆਪਣੀਆਂ ਤੇਜ਼ ਨੌਂਦਰਾਂ ਨਾਲ ਅੱਖਾਂ ਵੀ ਕੱਢ ਸਕਦੇ ਨੇ। ਇਹ ਸਾਰਾ ਸਾਲ ਬੱਚੇ ਕੱਢ ਸਕਦੇ ਨੇ ਤੇ ਆਪਣਾ ਭੈੜਾ ਜਿਹਾ ਆਲਣਾ 15 ਤੋਂ 20 ਫੁੱਟ ਉੱਚੀ ਦਰਖਤ ਦੀ ਖੋੜ, ਰੇਤੇ ਦੇ ਉੱਚੇ ਢੇਰ, ਉਜੜੇ ਘਰਾਂ ਦੀਆਂ ਮੋਰੀਆਂ, ਚਟਾਨ ਹੇਠ ਜਾਂ ਕਿਸੇ ਇਮਾਰਤ ਵਿੱਚ ਬਣੀ ਚੌੜੀ ਵਿਰਲ ਵਿੱਚ ਛੋਟੀਆਂ ਟਾਹਣੀਆਂ ਅਤੇ ਲੱਕੜਾਂ ਦੀਆਂ ਚਿੱਪਰਾਂ ਨਾਲ ਬਣਾਉਂਦੇ ਨੇ। ਮਾਦਾ ਉੱਲੂ ਸਾਰੇ ਅੰਡੇ ਇੱਕੋ ਵਾਰ ਵਿੱਚ ਨਹੀਂ ਦਿੰਦੀ, ਸਗੋਂ 8-10 ਦਿਨਾਂ ਦੇ ਵਿੱਚ ਦਿੰਦੀ ਆ। ਇਸ ਕਰਕੇ ਜਿਹੜਾ ਸਭ ਤੋਂ ਜੇਠਾ ਬੱਚਾ ਹੁੰਦਾ ਇਹਨਾਂ ਦਾ, ਉਸ ਦਾ ਆਪਣੇ ਬਾਕੀ ਛੋਟੇ ਭੈਣ ਭਾਈਆਂ ਦੇ ਨਾਲੋਂ ਕਾਫੀ ਫਰਕ ਹੁੰਦਾ ਹੈ। ਕਈ ਵਾਰ ਉਸ ਦਾ ਭਾਰ ਦੂਜਿਆਂ ਦੇ ਨਾਲੋਂ 8-10 ਗੁਣਾ ਵੱਧ ਜਾਂਦਾ ਹੈ ਤੇ ਇਸ ਕਰਕੇ ਕਈ ਵਾਰ ਉਹ ਆਪਣੇ ਨਿੱਕੇ ਭੈਣ ਭਾਈਆਂ ਨੂੰ ਖਾ ਵੀ ਲੈਂਦਾ ਹੈ। ਜਿਹੜੇ ਬਾਅਦ ਵਾਲੇ ਬੱਚੇ ਹੁੰਦੇ ਨੇ ਉਹਨਾਂ ਨੂੰ ਖੁਰਾਕ ਦੀ ਕਮੀ ਕਰਕੇ ਉਹ ਪੂਰ ਨਹੀਂ ਚੜ੍ਹਦੇ ਤੇ ਜਾਂ ਕਈ ਵਾਰ ਉਹਨਾਂ ਦਾ ਵੱਡਾ ਭੈਣ ਭਾਈ ਕੋਈ ਉਹਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰ ਲੈਂਦਾ ਹੈ। ਮਾਦਾ ਇੱਕ ਵਾਰ ਵਿੱਚ 5 ਤੋਂ 10 ਗੋਲ-ਗੋਲ ਚਿੱਟੇ ਆਂਡੇ ਦਿੰਦੇ ਨੇ। ਮਾਦਾ ਅੰਡਿਆਂ ਨੂੰ 32 ਤੋਂ 34 ਦਿਨ ਸੇਕ ਕੇ ਉਹਨਾਂ ਵਿੱਚੋਂ ਬੋਟ ਕੱਢ ਲੈਂਦੀ ਹੈ। ਇਹਨਾਂ ਦੇ ਬੋਟਾਂ ਨੂੰ ਅੰਗਰੇਜ਼ੀ ਵਿੱਚ ਆਊਲੈਟਸ ਕਹਿੰਦੇ ਨੇ। ਆਊਲੈਟਸ ਦਾ ਮੂੰਹ ਤਾਂ ਬਾਂਦਰ ਵਰਗਾ ਹੀ ਹੁੰਦਾ ਏ, ਪਰ ਉਹਨਾਂ ਦੇ ਸਰੀਰ ਉੱਤੇ ਪੋਲੇ-ਪੋਲੇ ਚਿੱਟੇ ਖੰਭ ਹੁੰਦੇ ਨੇ। ਮਾਦਾ ਉੱਲੂ ਨੂੰ ਬੱਚਿਆਂ ਸਣੇ ਫੜ ਕੇ ਪਿੰਜਰੇ ਵਿੱਚ ਰੱਖਿਆ ਜਾਏ ਤਾਂ ਉਹ ਪੂਰੀ ਖੁਰਾਕ ਮਿਲਣ ਦੇ ਬਾਵਜੂਦ ਵੀ ਬੱਚਿਆਂ ਨੂੰ ਖਾ ਜਾਂਦੀ ਹੈ। ਨਰ ਉੱਲੂ ਇਸ ਸਮੇਂ ਦੌਰਾਨ ਮਾਦਾ ਅਤੇ ਬੱਚਿਆਂ ਵਾਸਤੇ ਖਾਣਾ ਲੈ ਕੇ ਆਉਂਦਾ ਏ। ਬੱਚੇ ਥੋੜੇ ਵੱਡੇ ਹੋਣ ਤੇ ਮਾਂ-ਪਿਓ ਉਹਨਾਂ ਨੂੰ ਘਰ ਛੱਡਣ ਨੂੰ ਜ਼ੋਰ ਲਾਉਂਦੇ ਨੇ, ਪਰ ਕਰੀਬਨ 7 ਮਹੀਨਿਆਂ ਤੀਕ ਉਹ ਉੱਥੇ ਹੀ ਮੁੜ ਕੇ ਆ ਜਾਂਦੇ ਨੇ। ਅੰਡੇ ਵਿੱਚੋਂ ਨਿਕਲੇ ਬੱਚੇ 50-55 ਦਿਨਾਂ ਵਿੱਚ ਉੱਡਣ ਯੋਗ ਹੋ ਜਾਂਦੇ ਨੇ ਅਤੇ 60 ਦਿਨਾਂ ਦੇ ਹੋ ਕੇ ਸ਼ਿਕਾਰ ਵੀ ਕਰਨ ਲੱਗ ਪੈਂਦੇ ਨੇ। ਬੱਚੇ 10 ਮਹੀਨੇ ਦੀ ਉਮਰ ਵਿੱਚ ਆਪ ਵੀ ਅੰਡੇ ਦੇਣ ਦੇ ਕਾਬਲ ਹੋ ਜਾਂਦੇ ਨੇ। ਇਹਨਾਂ ਦੇ ਪ੍ਰੌੜ 3 ਤੋਂ 4 ਸਾਲ ਦੀ ਜਵਾਨੀ ਮਾਣਦੇ ਨੇ। ਸੁਨਹਿਰੀ ਉੱਲੂ ਪ੍ਰਸੂਤੀ ਚੱਕਰ ਤੋਂ ਬਾਅਦ ਅੱਡ-ਅੱਡ ਹੋ ਜਾਂਦੇ ਨੇ, ਪਰ ਜਦ ਪ੍ਰਸੂਤੀ ਦਾ ਵੇਲਾ ਹੁੰਦਾ ਏ ਫਿਰ ਆਪਦੇ ਉਸੇ ਟਿਕਾਣੇ 'ਤੇ ਮੁੜ ਆਉਂਦੇ ਨੇ। ਇਹ ਜੋੜਾ ਜ਼ਿੰਦਗੀ ਭਰ ਲਈ ਇੱਕ ਦੂਜੇ ਦਾ ਸਾਥ ਨਿਭਾਉਂਦਾ ਏ, ਪਰ ਜੇ ਦੋਨਾਂ ਵਿੱਚੋਂ ਇੱਕ ਦੀ ਕਿਸੇ ਕਾਰਨ ਮੌਤ ਹੋ ਜਾਵੇ ਤਾਂ ਇਹਨਾਂ ਵਿੱਚ ਚਾਦਰ ਪਾਉਣ ਦਾ ਰਿਵਾਜ ਵੀ ਹੈ। ਸ਼ਾਇਦ ਹੀ ਕੋਈ ਹੋਰ ਪੰਛੀ ਹੋਣਾ ਜਿਸ ਨਾਲ ਇੰਨੀਆਂ ਵੱਖ-ਵੱਖ ਤਰ੍ਹਾਂ ਦੀਆਂ ਧਾਰਨਾਵਾਂ ਜੁੜੀਆਂ ਹੋਣ। ਇੱਕ ਪਾਸੇ ਇਹਨਾਂ ਨੂੰ ਅਕਲਮੰਦ ਤੇ ਗਿਆਨੀ ਗਿਣਿਆ ਜਾਂਦਾ ਹੈ। ਭਾਰਤ ਵਿੱਚ ਇਹਨਾਂ ਨੂੰ ਮਾਤਾ ਲక్ష్ਮੀ ਦਾ ਵਾਹਨ ਵੀ ਮੰਨਿਆ ਜਾਂਦਾ ਹੈ, ਪਰ ਦੂਜੇ ਪਾਸੇ ਬੇਵਕੂਫ ਅਤੇ ਬੇਅਕਲ। ਮਿੱਥਾਂ ਵਿੱਚ ਇਹਨਾਂ ਨੂੰ ਉੱਡਣ ਵਾਲੇ ਭੂਤਾਂ, ਚੁੜੇਲਾਂ ਦਾ ਸਾਥੀ ਅਤੇ ਜਾਦੂ ਟੂਣੇ ਕਰਨ ਵਾਲਿਆਂ ਦਾ ਪਸੰਦੀਦਾ ਔਜ਼ਾਰ ਮੰਨਿਆ ਜਾਂਦਾ ਹੈ। ਤਾਂਤਰਿਕਾਂ ਵੱਲੋਂ ਦੀਵਾਲੀ ਵਾਲੇ ਦਿਨ ਉੱਲੂ ਦੇ ਲਹੂ ਨਾਲ ਟੂਣਾ ਕਰਨ ਦੀ ਭੈੜੀ ਰੀਤ ਨੇ ਇਹਨਾਂ ਦੀ ਕਾਫੀ ਗਿਣਤੀ ਘਟਾਈ ਹੈ। ਲੋਕ ਧਾਰਨਾ ਅਨੁਸਾਰ ਇਸ ਨੂੰ ਇੱਕ ਨਹਿਸ਼ ਪੰਛੀ ਸਮਝਿਆ ਜਾਂਦਾ ਹੈ ਜਿਸ ਦਾ ਦਿਨ ਵੇਲੇ ਬੋਲਣਾ ਅਸ਼ੁਭ ਹੁੰਦਾ ਹੈ। ਰਵਾਇਤ ਹੈ ਕਿ ਉੱਲੂ ਸਦਾ ਉਜਾੜ ਮੰਗਦਾ ਹੈ, ਇਸ ਲਈ ਜਿੱਥੇ ਉੱਲੂ ਜ਼ਿਆਦਾ ਠਹਿਰੇ ਜਾਂ ਬੋਲੇ ਉਹ ਥਾਂ ਛੇਤੀ ਉੱਜੜ ਜਾਂਦੀ ਹੈ, ਪਰ ਰਾਤ ਨੂੰ ਇਸ ਦਾ ਬੋਲਣਾ ਅਸ਼ੁਭ ਨਹੀਂ। ਦਿਨ ਵੇਲੇ ਸ਼ਮਸ਼ਾਨ ਘਾਟ ਕੋਲੋਂ ਲੰਘਦਿਆਂ ਜੇ ਕਿਸੇ ਦੇ ਕੰਨੀ ਉੱਲੂ ਦੀ ਆਵਾਜ਼ ਪੈ ਜਾਏ ਤਾਂ ਉਸ ਦੀ ਮੌਤ ਛੇਤੀ ਹੋਣ ਦੀ ਸੰਭਾਵਨਾ ਮੰਨੀ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਸਵੇਰੇ ਨਿਰਨੇ ਪੇਟ ਕੋਈ ਉੱਲੂ ਜਾਂ ਬਾਂਦਰ ਦਾ ਨਾਂ ਲੈ ਲਏ
ਜਾਂ ਸੁਣ ਲਏ ਤਾਂ ਉਸ ਨੂੰ ਸਾਰਾ ਦਿਨ ਰੋਟੀ ਨਸੀਬ ਨਹੀਂ ਹੁੰਦੀ। ਉੱਲੂ ਦਾ ਮਾंस ਕਾਲੇ ਜਾਦੂ ਲਈ ਵੀ ਪ੍ਰਯੋਗ ਕੀਤਾ ਜਾਂਦਾ ਹੈ। ਕੋਈ ਬੰਦਾ ਜੇ ਕਿਸੇ ਨੂੰ ਉੱਲੂ ਦਾ ਸਿਰ ਭੁੰਨ ਕੇ ਖਵਾ ਦੇਵੇ ਤਾਂ ਖਾਣ ਵਾਲਾ ਸਾਰੀ ਉਮਰ ਲਈ ਮਾंस ਖਵਾਉਣ ਵਾਲੇ ਦਾ ਗੁਲਾਮ ਬਣ ਕੇ ਰਹੇਗਾ। ਮੱਧਕਾਲ ਵਿੱਚ ਦੁਸ਼ਮਣ ਉੱਤੇ ਕਾਬੂ ਪਾਉਣ ਅਤੇ ਪ੍ਰੇਮਿਕਾਵਾਂ ਦੇ ਦਿਲ ਜਿੱਤਣ ਲਈ ਉੱਲੂ ਦੇ ਮਾंस ਖਵਾਉਣ ਦਾ ਟੂਣਾ ਆਮ ਪ੍ਰਚਲਿਤ ਸੀ। ਇੱਕ ਵਿਸ਼ਵਾਸ ਅਨੁਸਾਰ ਜੇ ਕੋਈ ਆਪਣੇ ਦੁਸ਼ਮਣ ਦਾ ਨਾਂ ਦੁਹਰਾਉਂਦਿਆਂ ਹੋਇਆਂ ਉੱਲੂ ਨੂੰ ਸ਼ਰਾਬ ਪਿਲਾਏ ਤਾਂ 7 ਦਿਨਾਂ ਦੇ ਅੰਦਰ ਅੰਦਰ ਦੁਸ਼ਮਣ ਦੀ ਮੌਤ ਹੋ ਜਾਂਦੀ ਆ। ਪਰ ਅਜਿਹੇ ਮੌਕੇ ਤੇ ਇਹ ਧਿਆਨ ਰੱਖਣਾ ਜ਼ਰੂਰੀ ਆ ਕਿ ਉੱਲੂ ਕਿਸੇ ਹੋਰ ਦਾ ਨਾਂ ਨਾ ਸੁਣ ਲਏ। ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਜਿਨ੍ਹਾਂ ਵਿਅਕਤੀਆਂ ਦਾ ਕਤਲ ਹੋ ਜਾਂਦਾ ਏ ਉਹਨਾਂ ਦੀ ਰੂਹ ਉੱਲੂ ਦਾ ਜਨਮ ਧਾਰ ਕੇ ਕਬਰਾਂ ਵਿੱਚ ਨਿਵਾਸ ਕਰਦੀ ਆ। ਪੰਜਾਬੀ ਵਿੱਚ ਉੱਲੂ ਨਾਲ ਅਨੇਕਾਂ ਮੁਹਾਵਰੇ ਜੁੜੇ ਹੋਏ ਨੇ ਤੇ ਕਈ ਬਾਤਾਂ ਵਿੱਚ ਉੱਲੂ ਦਾ ਜ਼ਿਕਰ ਆ, ਜਿਵੇਂ ਕੂਲੀ ਕੁੜੀ ਚਮੜੀ, ਰੁੱਖੇ ਉਹਦੇ ਬੋਲ, ਤੇਰੇ ਲਈ ਸੰਝ ਉਹਦੇ ਲਈ ਭੋਰ, ਅੱਖ ਚਿੜੇ ਦੀ ਚੁੰਝ ਚਿੜੇ ਦੀ, ਮੂੰਹ ਬਾਂਦਰ ਦਾ ਲਾਇਆ, ਜਿਹੜਾ ਮੇਰੀ ਬਾਤ ਨਾ ਬੁੱਝੇ ਖੋਤਾ ਉਹਦਾ ਤਾਇਆ। ਭਾਰਤ ਸਮੇਤ ਪੂਰੀ ਦੁਨੀਆ ਵਿੱਚ ਜੰਗਲਾਂ ਤੇ ਵੱਡੇ ਦਰਖਤਾਂ ਦੇ ਘਟਣ ਨਾਲ ਇਹਨਾਂ ਦੇ ਬਸੇਰੇ ਮੁੱਕਣ ਕਾਰਨ ਇਹਨਾਂ ਦੀ ਗਿਣਤੀ ਧੜਾਧੜ ਘਟ ਰਹੀ ਆ। ਇਹਨਾਂ ਦੀਆਂ ਕਈ ਜਾਤੀਆਂ ਖਤਮ ਹੋਣ ਕੰਢੇ ਪੁੱਜੇ ਪੰਛੀਆਂ ਦੀ ਗਿਣਤੀ ਵਿੱਚ ਆ ਚੁੱਕੀਆਂ ਨੇ।